ਸੋ ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ ਜੀ। ਮੈਂ ਰਮਨਦੀਪ ਸਿੰਘ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਚਿਊਟ ਤੇ। ਤਾਂ ਸਾਰਿਆਂ ਦਾ ਸਵਾਗਤ ਕਰਦਾ ਜੀ ਇੱਕ ਵਾਰ ਤੋਂ ਫਿਰ ਇਸ ਚੈਨਲ ਦੇ ਉੱਤੇ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ ਹੈ ਕਿ ਜਿਹੜੇ ਵਿਦਿਆਰਥੀ ਇਸ ਚੈਨਲ ਤੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਨਾਲ ਹੀ ਬੈਲ ਆਈਕਨ ਤੇ ਕਲਿੱਕ ਕਰ ਲੈਣ, ਤਾਂ ਜੋ ਤੁਹਾਨੂੰ ਜਿਹੜੀ ਆਉਣ ਵਾਲੀ ਲੇਟੈਸਟ ਵੀਡੀਓ ਉਹ ਸਭ ਤੋਂ ਪਹਿਲਾਂ ਮਿਲਦੀ ਰਹੇ। ਸੋ ਇਸ ਚੈਨਲ ਦੇ ਉੱਤੇ ਪੀਐਸਟੈਟ, ਸੀਟੈਟ, ਮਾਸਟਰ ਕੈਡਰ ਤੇ ਐਨਟੀਟੀ ਦੇ ਨਾਲ ਸੰਬੰਧਿਤ ਵੀਡੀਓਜ਼ ਅਪਲੋਡ ਕੀਤੀਆਂ ਜਾਂਦੀਆਂ ਨੇ। ਉਹ ਤੁਸੀਂ ਪਲੇਲਿਸਟ ਦੇ ਵਿੱਚੋਂ ਜਾ ਕੇ ਆਪਣੇ ਵਿਸ਼ੇ ਦੇ ਅਕੋਰਡਿੰਗ ਅਤੇ ਆਪਣੇ ਕੋਰਸ ਦੇ ਅਕੋਰਡਿੰਗ ਦੇਖ ਸਕਦੇ ਹੈਗੇ ਹੋ। ਸੋ ਅੱਜ ਦੇ ਸੈਸ਼ਨ ਦੇ ਵਿੱਚ ਅਸੀਂ এনवायरमेंट ਐਂਡ ਇਟ ਇਜ਼ ਟੋਟਲੀ ਨੈਚੁਰਲ ਐਂਡ ਹਿਊਮਨ এনवायरमेंट ਜਿਹੜਾ ਹੈ ਉਸ ਦਾ ਟੌਪਿਕ ਡਿਸਕਸ ਕਰ ਰਹੇ ਹਾਂ। ਸੋ ਇਸ ਤੋਂ ਪਹਿਲਾਂ ਇੱਕ ਪਾਰਟ ਇਸ ਦਾ ਕੰਪਲੀਟ ਹੋ ਚੁੱਕਿਆ ਹੈ ਮੀਨਸ ਇਸ ਟੌਪਿਕ ਦੇ ਨਾਲ ਰਿਲੇਟਡ, ਔਰ ਇਸ ਤੋਂ ਇਲਾਵਾ 11 ਪਾਰਟ ਇਸ ਤੋਂ ਪਹਿਲਾਂ ਮੀਨਸ 10 ਪਾਰਟ ਇਸ ਤੋਂ ਪਹਿਲਾਂ ਹੋਰ ਜਿਹੜੇ ਆ ਉਹ ਕੰਪਲੀਟ ਹੋ ਚੁੱਕੇ ਨੇ। ਉਹ ਵੀ ਤੁਸੀਂ ਪਲੇਲਿਸਟ ਦੇ ਵਿੱਚੋਂ ਜਾ ਕੇ ਦੇਖ ਸਕਦੇ ਹੈਗੇ ਹੋ। ਸੋ 50 MCQ ਆਪਾਂ ਡਿਸਕਸ ਕਰਾਂਗੇ। ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ, ਜਿੱਥੇ ਤੁਹਾਨੂੰ ਸਾਰੀਆਂ PDF ਆ ਜਿਹੜੀਆਂ ਉਹ ਮਿਲਦੀਆਂ ਰਹਿਣਗੀਆਂ। ਗਰੁੱਪ ਪੇਡ ਅਗਰ ਤੁਸੀਂ ਜੁਆਇਨ ਕਰਨਾ ਚਾਹੁੰਦੇ ਤਾਂ ਫੀਸ ਪੇ ਕਰਕੇ ਇਸ ਦੇ ਵਿੱਚ ਐਡ ਹੋ ਸਕਦੇ ਹੋ। ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ। ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਤਾਂ ਸ਼ੁਰੂ ਕਰਦੇ ਹਾਂ ਸੈਸ਼ਨ ਅੱਜ ਦਾ। ਸੋ ਫਸਟ ਕੁਐਸਚਨ ਹੈ ਜੀ 536 ਨੰਬਰ। ਸੋ ਧਿਆਨ ਦੇਣਾ ਕਿ ਇੱਕ ਗੁੱਡ ਨਿਊਜ਼ ਹੀ ਕਹਿ ਸਕਦੇ ਆਪਾਂ ਇੱਕ ਤਰੀਕੇ ਨਾਲ ਸਾਡੇ ਕੋਲ ਹੈ ਨਾ, ਕਿ ਜਿਹੜਾ 16 ਤਰੀਕ ਨੂੰ ਐਡਮਿਟ ਕਾਰਡ ਆਉਣਾ ਸੀ ਪੀਐਸਟੈਟ ਦਾ, ਬਟ ਉਹ ਹਾਲੇ ਤੱਕ ਨਹੀਂ ਆਇਆ ਹੈਗਾ ਗਾ। ਠੀਕ ਹੈ, ਇਸ ਤੋਂ ਇਲਾਵਾ 24 ਨੂੰ ਜਿਹੜਾ ਹੈ ਸੀਟੈਟ ਦਾ ਪੇਪਰ ਵੀ ਹੈਗਾ ਗਾ। ਠੀਕ ਹੈ, ਯਾਨੀ ਕਿ ਸਾਡਾ ਪੇਪਰ ਜਿਹੜਾ ਹੈ ਉਹ 24 ਤਰੀਕ ਨੂੰ ਹੋਣਾ ਸੀ, ਬਟ 24 ਨੂੰ ਜਿਹੜਾ ਹੈ ਸੀਟੈਟ ਵੀ ਹੈ। ਸੋ ਇਸ ਕਰਕੇ ਹੈ ਨਾ ਦੋ ਪੇਪਰ ਇਕੱਠੇ ਹੋ ਰਹੇ ਨੇ, ਅਤੇ ਇਹਦੇ ਬਹੁਤ ਘੱਟ ਜਿਹੜੇ ਉਹ ਚਾਂਸ ਹੋ ਚੁੱਕੇ ਨੇ ਕਿ ਹੁਣ ਜਿਹੜਾ ਪੇਪਰ ਆ ਉਹ 24 ਨੂੰ ਹੋਊਗਾ। ਠੀਕ ਹੈ, ਯਾਨੀ ਕਿ ਸਾਨੂੰ ਮੌਕਾ ਜਿਹੜਾ ਹੋਰ ਮਿਲ ਜਾਊਗਾ। 100% ਨਹੀਂ ਹੈ, ਹੋ ਸਕਦਾ ਕਿ ਹੋ ਵੀ ਸਕਦਾ ਹੈ, ਬਟ ਇੱਕ ਵਾਰੀ ਲੱਗਦਾ ਹੈ ਸੰਭਾਵਨਾ ਹੈ ਕਿ ਜਿਹੜਾ ਪੇਪਰ ਉਹ 24 ਨੂੰ ਨਹੀਂ ਹੋ ਪਾਊਗਾ, ਕਿਉਂਕਿ ਬਹੁਤ ਘੱਟ ਦਿਨ ਰਹਿ ਗਏ ਨੇ ਅਤੇ ਸਾਡੀ ਜਿਹੜੀ ਸਰਕਾਰ ਆ ਉਹ ਇਸ ਤਰ੍ਹਾਂ ਦੀ ਨਹੀਂ ਹੈ ਕਿ ਇੱਕ ਦਿਨ ਦੇ ਵਿੱਚ ਸਭ ਕੁਛ ਰੈਡੀ ਕਰਕੇ ਦੇ ਦੇਵੇਗੀ। ਠੀਕ ਹੈ ਜੀ, ਇਸ ਤੋਂ ਪਹਿਲਾਂ 535 ਕੁਐਸਚਨ ਆਪਾਂ ਕਰ ਚੁੱਕੇ ਹਾਂ। ਨੈਕਸਟ ਸ਼ੁਰੂ ਕਰਦੇ ਹਾਂ। ਰੇਗਿਸਤਾਨ ਦਾ ਜਹਾਜ਼ ਕਿਸ ਨੂੰ ਕਿਹਾ ਜਾਂਦਾ ਹੈ? ਤਾਂ ਰੇਗਿਸਤਾਨ ਦਾ ਜਹਾਜ਼ ਕਿਹਾ ਜਾਂਦਾ ਹੈ ਜੀ ਊਠ ਨੂੰ। ਸੋ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਜਿਹੜਾ ਊਠ ਹੈਗਾ ਗਾ ਇਹ ਰੇਗਿਸਤਾਨ ਦੇ ਉੱਪਰ ਆਰਾਮ ਦੇ ਨਾਲ ਚੱਲ ਸਕਦਾ ਹੈ। ਇਹਦੇ ਜਿਹੜੇ ਪੈਰ ਹੁੰਦੇ ਨੇ ਉਹ ਪੈਰ ਜਿਹੜੇ ਹੁੰਦੇ ਨੇ ਉਹ ਗਰਮੀ ਸਹਾਰਨ ਦੇ ਯੋਗ ਹੁੰਦੇ ਨੇ, ਮੀਨਸ ਉਹਨਾਂ ਨੂੰ ਗਰਮੀ ਜਿਹੜੀ ਹੈ ਘੱਟ ਲੱਗਦੀ ਹੈ, ਪੈਰ ਉਸਦੇ ਮੱਚਦੇ ਨਹੀਂ ਹੈ। ਠੀਕ ਹੈ, ਵੈਸੇ ਨਾਰਮਲ ਜਿਹੜੇ ਹੋਰ ਜਾਨਵਰ ਨੇ ਜਾਂ ਮਨੁੱਖ ਵੀ ਹੈ ਤਾਂ ਉਹਦੇ ਪੈਰਾਂ ਨੂੰ ਜਿਹੜੀ ਹੈ ਤੱਤੀ ਰੇਤ ਲੱਗਦੀ ਹੈ, ਬਟ ਰੇਗਿਸਤਾਨ ਦੇ ਵਿੱਚ ਊਠ ਨੂੰ ਇਹ ਜਿਹੜੀ ਰੇਤ ਹੈ ਤੱਤੀ ਨਹੀਂ ਲੱਗਦੀ। ਇਸੇ ਕਰਕੇ ਹੀ ਇਸ ਨੂੰ ਰੇਗਿਸਤਾਨ ਦਾ ਜਹਾਜ਼ ਕਿਹਾ ਜਾਂਦਾ ਹੈ। ਸੋ ਕਿਹੜਾ ਠੰਡੇ ਰੇਗਿਸਤਾਨ ਦੀ ਉਦਾਹਰਨ ਹੈ? ਤਾਂ ਠੰਡੇ ਰੇਗਿਸਤਾਨ ਦੀ ਉਦਾਹਰਨ ਗੱਲ ਕਰਦੇ ਹਾਂ ਤਾਂ ਲਦਾਖ ਦਾ ਹੈ। ਗੋਬੀ ਦਾ ਜਿਹੜਾ ਕਹਿ ਸਕਦੇ ਹਾਂ ਰੇਗਿਸਤਾਨ ਹੈ, ਸੋ ਉਹ ਵੀ ਜਿਹੜਾ ਕਹਿ ਸਕਦੇ ਹਾਂ ਨਾ ਠੰਡਾ ਹੀ ਹੈ, ਉੱਥੇ ਵੀ ਠੰਡਾ ਇਲਾਕਾ ਹੀ ਹੈਗਾ ਗਾ। ਮੀਨਜ਼ ਕਿ ਜਿੱਥੇ ਠੰਡੇ ਇਲਾਕੇ ਦੇ ਰੂਪ ਦੇ ਵਿੱਚ ਬਸਤੀਆਂ ਬਸੀਆਂ ਹੋਈਆਂ ਨੇ, ਬਟ ਹੈ ਰੇਗਿਸਤਾਨ ਦੇ ਰੂਪ ਦੇ ਵਿੱਚ। ਓਕੇ, ਤਾਂ ਲਦਾਖ ਸਾਡੇ ਭਾਰਤ ਦੀ ਐਗਜ਼ਾਮਪਲ ਹੈ ਜਿਹੜਾ ਕਿ ਠੰਡਾ ਰੇਗਿਸਤਾਨ ਹੈ। ਅਤੇ ਗਰਮ ਕਿਹੜਾ ਹੈ ਸਾਡੇ ਭਾਰਤ ਦਾ ਜੀ? ਥਾਰ ਮਾਰੂਥਲ, ਜਿਹੜਾ ਕਿ ਸਾਡੇ ਰਾਜਸਥਾਨ ਦੇ ਵਿੱਚ ਪੈਂਦਾ ਹੈ। ਅਤੇ ਇਹ ਠੰਡਾ ਰੇਗਿਸਤਾਨ ਜਿਹੜਾ ਹੈ ਇਹ ਲਦਾਖ ਦੇ ਵਿੱਚ ਹੈ। ਵਰਤਮਾਨ ਸਮੇਂ ਲਦਾਖ ਜਿਹੜਾ ਹੈ ਉਹ ਯੂਨੀਅਨ ਟੈਰੀਟਰੀ ਹੈ, ਕੇਂਦਰ ਸ਼ਾਸਿਤ ਪ੍ਰਦੇਸ਼ ਹੈ। ਨੈਕਸਟ ਹੈ ਜੀ ਸੰਸਾਰ ਦਾ ਸਭ ਤੋਂ ਵੱਡਾ ਡੈਲਟਾ ਕਿਹੜਾ ਹੈ ਜੀ? ਤਾਂ ਸੰਸਾਰ ਦਾ ਸਭ ਤੋਂ ਵੱਡਾ ਡੈਲਟਾ ਹੈ ਜੀ ਸੁੰਦਰਬਨ ਡੈਲਟਾ। ਇਹ ਆਪਾਂ ਪਹਿਲਾਂ ਵੀ ਵੈਸੇ ਕਰ ਚੁੱਕੇ ਹੈਗੇ ਹਾਂ। ਸੋ ਸੁੰਦਰਬਨ ਡੈਲਟਾ ਜਿਹੜਾ ਹੈ ਉਹ ਸੰਸਾਰ ਦਾ ਹੀ ਸਭ ਤੋਂ ਵੱਡਾ ਜਿਹੜਾ ਡੈਲਟਾ ਹੈ। ਠੀਕ ਹੈ, ਸੋ ਇਸ ਤਰੀਕੇ ਦੇ ਨਾਲ ਭਾਰਤ ਦਾ ਇਹ ਮੈਪ ਆ ਥੋੜ੍ਹਾ ਜਿਹਾ ਇੱਧਰ ਉੱਧਰ ਹੋ ਸਕਦਾ ਹੈ। ਤਾਂ ਇੱਥੋਂ ਦੀ ਜਿਹੜੀ ਹੈ ਗੰਗਾ ਨਦੀ ਆਉਂਦੀ ਹੈ। ਓਕੇ, ਇਸ ਸਥਾਨ 'ਤੇ ਆ ਕੇ ਆਪਣੀ ਜਿਹੜੀ ਡੈਪੋਜੀਸ਼ਨ ਕਰ ਦਿੰਦੀ ਹੈ ਮਿੱਟੀ, ਔਰ ਇੱਧਰੋਂ ਬ੍ਰਹਮਪੁੱਤਰ ਜਿਹੜੀ ਹੈ ਉਹ ਆ ਜਾਂਦੀ ਹੈਗੀ ਆ। ਸੋ ਮਿਲ ਕੇ ਦੋਨੋਂ ਜਿਹੜੀਆਂ ਹੈਗੀਆਂ ਇਸ ਸਥਾਨ ਦੇ ਵਿੱਚ ਮਿੱਟੀ ਜਮ੍ਹਾਂ ਕਰ ਦਿੰਦੀਆਂ ਨੇ, ਮੀਨਜ਼ ਆਪਣੇ ਨਾਲ ਲਿਆਂਦੀ ਹੁੰਦੀ ਜਿਹੜੀ ਮਿੱਟੀ ਉਹ ਜਮ੍ਹਾਂ ਕਰ ਦਿੰਦੀਆਂ ਨੇ। ਅਤੇ ਉਹਨਾਂ ਸਾਰਿਆਂ ਦੀ ਜਿਹੜੀ ਸ਼ੇਪ ਹੈ ਨਾ ਉਹ ਇਸ ਤਰੀਕੇ ਦੇ ਨਾਲ ਇੱਥੇ ਟ੍ਰਾਇੰਗਲ ਰੂਪ ਦੇ ਵਿੱਚ ਬਣ ਜਾਂਦੀ ਹੈ ਸਾਰੀ ਦੀ ਸਾਰੀ। ਓਕੇ, ਇਹ ਟ੍ਰਾਇੰਗਲ ਰੂਪ ਦੇ ਵਿੱਚ ਬਣੀ ਹੋਈ ਜਿਹੜੀ ਸ਼ੇਪ ਹੁੰਦੀ ਹੈ ਇਸੇ ਨੂੰ ਕਿਹਾ ਜਾਂਦਾ ਹੈ ਡੈਲਟਾ। ਅਤੇ ਇਹ ਸਾਡੇ ਭਾਰਤ ਦੇ ਵਿੱਚ ਕਿਹੜੀ ਦਿਸ਼ਾ ਦੇ ਵਿੱਚ ਹੈ? ਯਾਦ ਰੱਖ ਲਿਓ, ਈਸਟਰਨ ਸਾਈਡ ਦੇ ਵਿੱਚ ਹੈ, ਬੇ ਆਫ ਬੰਗਾਲ ਦੇ ਵਿੱਚ ਇਹ ਪੈਂਦਾ ਹੈ ਡੈਲਟਾ। ਅਤੇ ਇੱਥੇ ਸੁੰਦਰਬਨ ਨਾਂ ਦਾ ਜਿਹੜਾ ਡੈਲਟਾ ਹੈ, ਸੌਰੀ ਸੁੰਦਰਬਨ ਨਾਂ ਦਾ ਜਿਹੜਾ ਦਰਖਤ ਹੈ ਉਹ ਪਾਇਆ ਜਾਂਦਾ ਹੈ। ਇਸੇ ਕਰਕੇ ਹੀ ਇਸ ਨੂੰ ਸੁੰਦਰਬਨ ਡੈਲਟਾ ਵੀ ਕਿਹਾ ਜਾਂਦਾ ਹੈ। ਅਤੇ ਸੰਸਾਰ ਦਾ ਸਭ ਤੋਂ ਵੱਡਾ ਡੈਲਟਾ ਹੈ ਜਿਹਨੂੰ ਗੰਗਾ ਬ੍ਰਹਮਪੁੱਤਰਾ ਮਿਲ ਕੇ ਬਣਾਉਂਦੀਆਂ ਹੈਗੀਆਂ ਨੇ। ਗੰਗਾ ਬ੍ਰਹਮਪੁੱਤਰ ਦੇ ਮੈਦਾਨ ਵਿੱਚ ਕਿਸ ਪ੍ਰਕਾਰ ਦੀ ਮਿੱਟੀ ਮਿਲਦੀ ਹੈ ਜੀ? ਜਲੋੜ ਮਿੱਟੀ ਹੈ, ਜੋ ਬਹੁਤ ਜ਼ਿਆਦਾ ਉਪਜਾਊ ਹੁੰਦੀ ਹੈ ਅਤੇ ਇਹਦੇ ਵਿੱਚ ਜਿਹੜੀ ਪ੍ਰੋਡਕਸ਼ਨ ਹੈ ਉਹ ਬਹੁਤ ਜ਼ਿਆਦਾ ਹੁੰਦੀ ਹੈ ਫਸਲ ਦੀ। ਓਕੇ, ਜਲੋੜ ਮਿੱਟੀ ਦਾ ਅਰਥ ਇਹ ਹੈ ਕਿ ਜਿਹੜੀਆਂ ਗੰਗਾ ਅਤੇ ਬ੍ਰਹਮਪੁੱਤਰ ਨਦੀਆਂ ਨੇ ਇਹ ਆਪਣੇ ਨਾਲ ਬਹੁਤ ਸਾਰੀ ਮਿੱਟੀ ਜਿਹੜੀ ਹੈ ਉਹ ਲੈ ਕੇ ਆਉਂਦੀਆਂ ਨੇ। ਠੀਕ ਹੈ, ਆਪਣੇ ਨਾਲ ਮਿੱਟੀ ਜਿਹੜੀ ਲਿਆਂਦੀ ਹੁੰਦੀ ਹੈ ਉਹਨਾਂ ਨੂੰ ਮੈਦਾਨਾਂ ਦੇ ਵਿੱਚ ਨਿਖੇਪ ਕਰਦੀ ਆਉਂਦੀ ਹੈਗੀ ਜਮ੍ਹਾਂ ਕਰਦੀ ਆਉਂਦੀ ਹੈਗੀ ਆ। ਅਤੇ ਇਹ ਸਾਰੀ ਜਿਹੜੀ ਮਿੱਟੀ ਉਸੇ ਆਸੇ ਪਾਸੇ ਦੇ ਖੇਤਰਾਂ ਦੇ ਵਿੱਚ ਜੰਮ ਜਾਂਦੀ ਹੈ, ਉਸ ਨੂੰ ਗੰਗਾ ਬ੍ਰਹਮਪੁੱਤਰ ਦੇ ਮੈਦਾਨਾਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਜੋ ਕਿ ਜਲੋੜ ਮਿੱਟੀ ਆਪਣੇ ਨਾਲ ਲੈ ਕੇ ਆਉਂਦੇ ਆ, ਪਹਾੜੀ ਖੇਤਰਾਂ 'ਚੋਂ ਲੈ ਕੇ ਆਉਂਦੇ ਆ। ਇਹ ਉਪਜਾਊ ਮਿੱਟੀ ਹੁੰਦੀ ਹੈ ਜਲੋੜ।
ਨੈਕਸਟ ਹੈ ਜੀ ਪ੍ਰੇਰਿਤ ਘਾਹ ਦੇ ਮੈਦਾਨ ਕਿੱਥੇ ਨੇ ਜੀ। ਪ੍ਰੇਰਿਤ ਘਾਹ ਦੇ ਮੈਦਾਨ ਜਿਹੜੇ ਆ ਉਹ ਨਾਰਥ ਅਮਰੀਕਾ ਦੇ ਵਿੱਚ ਹੈਗੇ ਨੇਗੇ। ਇਹ ਵੀ ਕਾਫੀ ਇੰਪੋਰਟੈਂਟ ਹੈ ਜੀ, ਪ੍ਰੇਰਿਤ ਘਾਹ ਦੇ ਮੈਦਾਨ। ਠੀਕ ਹੈ, ਸਾਰੇ ਕਰਾਂਗੇ ਆਪਾਂ ਜਿੰਨੇ ਵੀ ਇੰਪੋਰਟੈਂਟ ਹੈਗੇ ਨੇ। ਨੈਕਸਟ ਹੈ ਜੀ ਪ੍ਰੇਰਿਤ ਘਾਹ ਦੇ ਮੈਦਾਨਾਂ ਦੀ ਪ੍ਰਮੁੱਖ ਫਸਲ ਕਿਹੜੀ ਹੈ ਜੀ। ਪ੍ਰੇਰਿਤ ਘਾਹ ਦੇ ਮੈਦਾਨਾਂ ਦੇ ਵਿੱਚ ਪ੍ਰਮੁੱਖ ਤੌਰ ਦੇ ਉੱਪਰ ਕਣਕ ਉਗਾਈ ਜਾਂਦੀ ਹੈ। ਸੋ ਇਹਨੂੰ ਕਹਿ ਸਕਦੇ ਹਾਂ ਵੀਟ ਬੈਲਟ ਵੀ ਕਹਿ ਦਿੰਦੇ ਨੇ, ਜਿਹੜਾ ਕਿ ਨਾਰਥ ਅਮਰੀਕਾ ਦੇ ਵਿੱਚ ਕੇਂਦਰ ਪੈਂਦਾ ਹੈ। ਓਕੇ, ਇਸ ਨੂੰ ਵੀਟ ਬੈਲਟ ਵੀ ਕਹਿ ਦਿੰਦੇ ਨੇ। ਅਤੇ ਇੱਥੇ ਹੀ ਕਾਰਨ ਬੈਲਟ ਵੀ ਪਾਈ ਜਾਂਦੀ ਹੈਗੀ, ਮੱਕੀ ਦੀ ਬੈਲਟ ਜਿਹੜੀ ਹੈ। ਵੈਲਡ ਘਾਹ ਦੇ ਮੈਦਾਨ ਕਿੱਥੇ ਨੇ ਜੀ। ਸੋ ਵੈਲਡ ਘਾਹ ਦੇ ਮੈਦਾਨ ਜਿਹੜੇ ਆ ਉਹ ਦੱਖਣੀ ਅਫਰੀਕਾ ਦੇ ਵਿੱਚ ਪਾਏ ਜਾਂਦੇ ਹੈਗੇ ਨੇਗੇ। ਠੀਕ ਹੈ, ਇਹ ਮਾਰੂਥਲ ਦੇ ਵਿੱਚ ਨੇ, ਕਿਉਂਕਿ ਅਫਰੀਕਾ ਜਿਹੜਾ ਹੈ ਉਹ ਮਾਰੂਥਲੀ ਹੈ ਖੇਤਰ ਤਕਰੀਬਨ ਸਾਰਾ। ਵੈਲਡ ਘਾਹ ਦੇ ਮੈਦਾਨਾਂ ਦੀ ਪ੍ਰਮੁੱਖ ਫਸਲ ਕਿਹੜੀ ਹੈ ਜੀ। ਇੱਥੋਂ ਦੀ ਮੁੱਖ ਫਸਲ ਹੈ ਜੀ ਮੱਕੀ। ਓਕੇ, ਮੱਕੀ ਜਿਹੜੀ ਹੈ ਉਹ ਇੱਥੋਂ ਦੀ ਪ੍ਰਮੁੱਖ ਫਸਲ ਹੈ। ਜਲਵਾਯੂ ਦੇ ਵਿੱਚ ਵਾਯੂਮੰਡਲ ਦੇ ਵਿੱਚ ਆਕਸੀਜਨ ਗੈਸ ਦੀ ਮਾਤਰਾ ਕਿੰਨੀ ਹੈ। ਇੱਕ ਨਾ ਗੈਸਾਂ ਵਾਲਾ ਤੁਸੀਂ ਸਾਰਾ ਟੇਬਲ ਯਾਦ ਕਰ ਲਿਓ, ਮੈਂ ਪੁਰਾਣੀਆਂ ਕਲਾਸਾਂ ਦੇ ਵਿੱਚ ਜਿਹੜੀ ਥਿਊਰੀ ਵਾਲੀਆਂ ਉੱਥੇ ਅਪਲੋਡ ਕੀਤੀਆਂ ਹੋਣੀਆਂ, ਔਰ ਜਿਹੜੇ ਗਰੁੱਪ ਦੇ ਵਿੱਚ PDF ਆਈ ਹੈ, ਜੀਓਗ੍ਰਾਫੀ ਦੀ PDF ਆਈ ਜਿਹਨਾਂ ਕੋਲੇ, ਉਹਨਾਂ ਕੋਲੇ ਜ਼ਰੂਰ ਇਹ PDF ਹੋਵੇਗੀ ਹੀ, ਉਹਦੇ ਵਿੱਚ ਮੈਂਸ਼ਨ ਕੀਤਾ ਹੋਇਆ। ਠੀਕ ਹੈ, ਸਾਰੀਆਂ ਗੈਸਾਂ ਦੀ ਮਾਤਰਾ। ਤਾਂ ਵਾਯੂਮੰਡਲ ਦੇ ਵਿੱਚ ਜਿਹੜੀ ਆਕਸੀਜਨ ਗੈਸ ਹੈ ਇਸ ਦੀ ਮਾਤਰਾ ਕਿੰਨੀ ਹੈ ਜੀ 20.99% ਹੈ। ਕਈ ਵਾਰ ਇਕੱਲਾ 20% ਵੀ ਆ ਸਕਦਾ ਹੈ। ਠੀਕ ਹੈ, ਕਨਫਿਊਜ਼ ਨਾ ਹੋਇਓ। ਅਤੇ ਜਿਹੜੀ ਸਭ ਤੋਂ ਵੱਧ ਪਾਈ ਜਾਂਦੀ ਹੈ ਉਹ ਨਾਈਟ੍ਰੋਜਨ ਹੈ, ਜਿਹੜੀ ਕਿ 78% ਹੈਗੀ। ਨੈਕਸਟ ਹੈ ਜੀ ਵਾਯੂਮੰਡਲ ਦੇ ਵਿੱਚ ਕਾਰਬਨ ਡਾਈਆਕਸਾਈਡ ਗੈਸ ਦੀ ਮਾਤਰਾ ਕਿੰਨੀ ਹੈ ਜੀ। ਤਾਂ ਇਹਦੀ 0.003 ਹੈਗੀ। ਓਕੇ, 0.003, ਤਾਂ ਕਈ ਵਾਰ 0.03 ਵੀ ਪਾ ਦਿੰਦੇ ਹੈਗੇ, ਜਿਵੇਂ ਕਿ ਹੁਣ ਇਹਦੇ ਵਿੱਚ ਆਪਸ਼ਨ ਦਿੱਤੀ ਹੋਈ ਹੈ। ਨੈਕਸਟ ਹੈ ਜੀ ਧਰੁਵੀ ਖੇਤਰਾਂ ਦੇ ਵਿੱਚ ਅਸ਼ਾਂਤੀ ਮੰਡਲ ਮਤਲਬ ਕਿ ਜਿਹੜਾ ਟ੍ਰੋਪੋਸਫੀਅਰ ਹੈ ਉਹਦੀ ਮੋਟਾਈ ਕਿੰਨੀ ਹੈਗੀ। ਓਕੇ, ਇਹ ਆਪਾਂ ਲੇਅਰਸ ਵਾਲਾ ਜਿਹੜਾ ਹੈ ਇਹ ਮੈਂ ਚੈਪਟਰ ਅਲੱਗ ਤੋਂ ਵੀ ਕਰਵਾਇਆ ਹੋਇਆ, ਥਿਊਰੀ ਤੁਸੀਂ ਦੇਖ ਸਕਦੇ ਹੈਗੇ ਹੋ, PDF ਦੇ ਵਿੱਚ ਵੀ ਐਡ ਹੈਗੀ ਆ। ਔਰ ਇਸ ਤੋਂ ਇਲਾਵਾ ਇਹ ਆਪਾਂ ਕੁਐਸਚਨ ਵੀ ਸਾਰੇ ਹੀ ਕਰਾਂਗੇ। ਠੀਕ ਹੈ, ਅਸ਼ਾਂਤੀ ਮੰਡਲ ਜਾਂ ਅਸ਼ਾਂਤ ਮੰਡਲ ਕਹਿ ਦਿੰਦੇ ਨੇ, ਜਿਹਨੂੰ ਟ੍ਰੋਪੋਸਫੀਅਰ ਵੀ ਕਹਿ ਦਿੰਦੇ ਹੈਗੇ ਨੇ। ਇਹਦੀ ਜਿਹੜੀ ਧਰੁਵੀ ਖੇਤਰਾਂ ਦੇ ਉੱਪਰ ਮੋਟਾਈ ਪੁੱਛੀ ਹੈ ਤਾਂ ਕਿੰਨੀ ਹੈਗੀ ਹੈ ਜੀ 6 ਤੋਂ 8 ਕਿਲੋਮੀਟਰ। ਠੀਕ ਹੈ, ਮੀਨਜ਼ ਕਿ 90 ਡਿਗਰੀ ਉੱਤਰ ਤੇ 90 ਡਿਗਰੀ ਦੱਖਣ। ਇੱਥੇ ਜੇਕਰ ਅਸੀਂ ਗੱਲ ਕਰੀਏ ਅਸ਼ਾਂਤ ਮੰਡਲ ਜਿਹੜਾ ਐਟਮੋਸਫੀਅਰ ਦੇ ਚਾਰੋਂ ਤਰਫ ਇੱਕ ਚੱਕਰ ਬਣਿਆ ਹੋਇਆ ਹੈ, ਇਹਦੀ ਜਿਹੜੀ ਮੋਟਾਈ ਹੈ ਧਰੁਵੀ ਖੇਤਰਾਂ ਦੇ ਵਿੱਚ ਉਹ 6 ਤੋਂ 8 ਕਿਲੋਮੀਟਰ ਹੈਗੀ। ਭੂਮੱਧ ਰੇਖਾ ਦੇ ਉੱਪਰ ਇਸ ਮੰਡਲ ਦੀ ਜਿਹੜੀ ਮੋਟਾਈ ਕਿੰਨੀ ਹੈ ਜੀ 16 ਤੋਂ 18। ਠੀਕ ਹੈ, ਤੇ ਕਈ ਵਾਰ ਇਹ 'ਚ ਨਾ ਇਹ ਆਉਂਦਾ ਹੀ ਨਹੀਂ ਵੀ ਧਰੁਵੀ ਪੁੱਛੋ ਜਾਂ ਬੋਲੋ, ਇਹ 'ਚ ਪੁੱਛ ਲੈਂਦੇ ਆ ਮੈਕਸੀਮਮ ਕਿੰਨੀ ਜਿਹੜੀ ਉਚਾਈ ਹੈਗੀ ਟ੍ਰੋਪੋਸਫੀਅਰ ਦੀ। ਤਾਂ ਮੈਕਸੀਮਮ ਜਿਹੜੀ ਹੈ ਉਹ 18 ਕਿਲੋਮੀਟਰ ਹੈਗੀ। ਕਈ ਵਾਰ ਇਹਨਾਂ ਦੋਨਾਂ 'ਚੋਂ ਨਹੀਂ ਪੁੱਛਦੇ, ਨਾ ਧਰੁਵੀ ਪੁੱਛਣ ਤੇ ਨਾ ਭੂਮੱਧ ਰੇਖਾ ਪੁੱਛਣ, ਸਿੱਧਾ ਪੁੱਛ ਲੈਂਦੇ ਆ ਕਿ ਅਸ਼ਾਂਤ ਮੰਡਲ ਦੀ ਉਚਾਈ ਕਿੰਨੀ ਹੈਗੀ ਆ, ਮੋਟਾਈ ਕਿੰਨੀ ਹੈ। ਤਾਂ ਤੁਸੀਂ ਸਿੱਧਾ ਲਗਾਓਗੇ 18 ਕਿਲੋਮੀਟਰ। ਓਕੇ, ਯਾਨੀ ਕਿ ਸਾਡੀ ਧਰਤੀ ਤੋਂ ਸ਼ੁਰੂ ਹੋ ਕੇ 18 ਕਿਲੋਮੀਟਰ ਤੱਕ ਦਾ ਜਿਹੜਾ ਖੇਤਰ ਹੈ ਉਹ ਸਾਰਾ ਅਸ਼ਾਂਤ ਮੰਡਲ ਦੇ ਨਾਲ ਟ੍ਰੋਪੋਸਫੀਅਰ ਦੇ ਨਾਲ ਲੈਸ ਹੈ। ਸਮਤਾਪ ਮੰਡਲ ਦੀ ਮੋਟਾਈ ਕਿੰਨੀ ਹੈ ਜੀ। ਤਾਂ ਸਮਤਾਪ ਮੰਡਲ ਜਿਹਨੂੰ ਸਟ੍ਰੈਟੋਸਫੀਅਰ ਕਿਹਾ ਜਾਂਦਾ ਹੈ, ਇਹਦੀ ਮੋਟਾਈ ਜਿਹੜੀ ਹੈ ਜੀ ਉਹ 50 ਤੋਂ 55 ਕਿਲੋਮੀਟਰ ਹੈਗੀ। ਓਕੇ, 50 ਤੋਂ 55 ਕਿਲੋਮੀਟਰ। ਧਿਆਨ ਰੱਖਿਓ ਕਿ ਜਿਹੜੇ ਅਸ਼ਾਂਤ ਮੰਡਲ ਹੈ ਇਹਦੇ ਵਿੱਚ ਹੀ ਹਨੇਰੀ ਆਉਂਦੀ ਹੈ। ਠੀਕ ਹੈ, ਇਸੇ ਦੇ ਵਿੱਚ ਹੀ ਤੂਫਾਨ ਆਉਂਦੇ ਹੈਗੇ ਨੇ, ਇਸੇ ਦੇ ਵਿੱਚ ਹੀ ਮੀਂਹ ਆਉਂਦਾ ਹੈ, ਇਸੇ ਦੇ ਵਿੱਚ ਹੀ ਜਿਹੜੀ ਬਿਜਲੀ ਹੈ ਉਹ ਗੜਕਦੀ ਹੈ, ਇਸੇ ਦੇ ਵਿੱਚ ਹੀ ਸਭ ਕੁਝ ਜਿੰਨਾ ਵੀ ਤਾਪ ਦੇ ਵਿੱਚ ਪਰਿਵਰਤਨ ਹੁੰਦਾ ਹੈ ਉਹ ਇਸੇ ਲੇਅਰ ਦੇ ਵਿੱਚ ਹੁੰਦਾ ਹੈ, ਟ੍ਰੋਪੋਸਫੀਅਰ ਦੇ ਵਿੱਚ ਹੁੰਦਾ ਹੈ। ਦੂਸਰੀ ਜਿਹੜੀ ਹੈ ਸਮਤਾਪ ਮੰਡਲ ਹੈ। ਠੀਕ ਹੈ, ਔਰ ਅਸ਼ਾਂਤ ਮੰਡਲ ਦੇ ਵਿੱਚ ਗ੍ਰੀਨ ਹਾਊਸ ਇਫੈਕਟ ਵੀ ਪਾਇਆ ਜਾਂਦਾ ਹੈ, ਇਹ ਵੀ ਨੋਟ ਕਰ ਲਿਓ। ਸਮਤਾਪ ਮੰਡਲ ਜਿਹੜਾ ਹੈ ਇਹਦੀ ਮੋਟਾਈ 50 ਕਿਲੋਮੀਟਰ ਤੱਕ ਹੈ ਮੈਕਸੀਮਮ। ਠੀਕ ਹੈ, ਕਿਤੇ 50 ਵੀ ਮਿਲਦੀ ਹੈ, ਬਟ ਮੋਸਟਲੀ ਜਿਹੜਾ ਤੁਸੀਂ ਆਨਸਰ ਲਾਓਗੇ ਉਹ 50 ਕਿਲੋਮੀਟਰ ਦਾ ਲਾਓਗੇ। ਓਕੇ, ਕਿਉਂਕਿ 50 ਕਿਲੋਮੀਟਰ ਤੱਕ ਹੀ ਫੈਲੀ ਹੋਈ ਹੈ। ਸਮਤਾਪ ਮੰਡਲ ਉਹ ਮੰਡਲ ਹੈ ਜਿਹੜੀ ਕਿ ਸ਼ਾਂਤ ਹੈ। ਠੀਕ ਹੈ, ਜਿਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਜਿਹੜੀ ਗੜਬੜ ਉਹ ਨਹੀਂ ਹੁੰਦੀ ਹੈਗੀ, ਨਾ ਹਨੇਰੀ ਆਉਂਦੀ ਹੈ ਨਾ ਕੁਝ ਹੋਰ ਆਉਂਦਾ ਹੈ। ਸਟ੍ਰੈਟੋਸਫੀਅਰ ਦੇ ਨਾਮ ਨਾਲ ਵੀ ਜਾਣੀ ਜਾਂਦੀ ਹੈ। ਬਿਲਕੁਲ ਸ਼ਾਂਤ ਹੈ, ਨਾ ਟੈਂਪਰੇਚਰ ਵੱਧਦਾ ਹੈ ਨਾ ਘਟਦਾ ਇਹਦੇ ਵਿੱਚ ਖਾਸ ਤੌਰ 'ਤੇ। ਓਕੇ, ਅਤੇ ਨਾ ਹੀ ਜਿਹੜਾ ਕਹਿ ਸਕਦੇ ਹਾਂ ਇਹਦੇ ਵਿੱਚ ਕੋਈ ਛੇੜਛਾੜ ਹੁੰਦੀ ਹੈਗੀ ਮੌਸਮ ਨੂੰ ਲੈ ਕੇ, ਮੌਸਮ ਦੀ ਤਬਦੀਲੀ ਨਹੀਂ ਹੁੰਦੀ। ਇਸੇ ਕਰਕੇ ਹਵਾਈ ਜਹਾਜ਼ ਜਿਹੜੇ ਨੇ ਉਹ ਇਸੇ ਲੇਅਰ ਦੇ ਵਿੱਚ ਉਡਾਏ ਜਾਂਦੇ ਹੈਗੇ ਨੇਗੇ। ਠੀਕ ਹੈ, ਕਿਹੜੀ ਦੇ ਵਿੱਚ ਜੀ ਸਮਤਾਪ ਮੰਡਲ ਦੇ ਵਿੱਚ, ਜਿਹਨੂੰ ਅਸੀਂ ਸਟ੍ਰੈਟੋਸਫੀਅਰ ਕਹਿ ਦਿੰਦੇ ਹੈਗੇ। ਅਤੇ ਇਸੇ ਲੇਅਰ ਦੇ ਵਿੱਚ ਹੀ ਸਾਨੂੰ ਓਜ਼ੋਨ ਲੇਅਰ ਵੀ ਮਿਲਦੀ ਹੈਗੀ। ਓਜ਼ੋਨ ਲੇਅਰ, ਠੀਕ ਹੈ, ਓਜ਼ੋਨ ਪਰਤ ਜਿਹੜੀ ਹੈ ਜਿਹੜੀ ਕਿ 14 ਜਾਂ 16 ਤੋਂ 40 ਕਿਲੋਮੀਟਰ ਤੱਕ ਫੈਲੀ ਹੋਈ ਹੈਗੀ। ਅਤੇ ਇਹ ਜਿਹੜੀ ਓਜ਼ੋਨ ਪਰਤ ਹੁੰਦੀ ਹੈ ਇਹ ਸੂਰਜ ਤੋਂ ਆਉਣ ਵਾਲੀਆਂ ਹਾਨੀਕਾਰਕ ਕਿਰਨਾਂ ਜਿਹੜੀਆਂ ਕਿ ਪੈਰਾਵੈਂਗਨੀ ਕਿਰਨਾਂ ਅਲਟਰਾਵਾਇਲਟ ਰੇਜ਼ ਕਹਾਉਂਦੀਆਂ ਨੇ ਉਹਨਾਂ ਨੂੰ ਰੋਕਦੀ ਹੈ ਧਰਤੀ ਤੋਂ ਪਹੁੰਚਣ ਤੋਂ। ਇਹ ਸਮਤਾਪ ਮੰਡਲ ਦੇ ਵਿੱਚ ਹੈ। ਨੈਕਸਟ ਹੈ ਜੀ ਓਜ਼ੋਨ ਪਰਤ ਸੂਰਜ ਤੋਂ ਆਉਣ ਵਾਲੀਆਂ ਕਿਹੜੀਆਂ ਕਿਰਨਾਂ ਸੋਕਦੀ ਹੈ ਜੀ। ਤਾਂ ਪੈਰਾਵੈਂਗਨੀ ਹੈ, ਹੁਣੇ ਦੱਸਿਆ ਹੈ। ਠੀਕ ਹੈ, ਇਹਨੂੰ ਇੰਗਲਿਸ਼ ਅਲਟਰਾਵਾਇਲਟਸ ਕਹਿ ਦਿੰਦੇ ਹੈਗੇ ਨੇਗੇ। ਔਰ ਵਰਤਮਾਨ ਸਮੇਂ ਓਜ਼ੋਨ ਪਰਤ ਦੇ ਵਿੱਚ ਜਿਹੜਾ ਛੇਕ ਹੋ ਰਿਹਾ ਹੈ ਉਹਦਾ ਕਾਰਨ ਹੈ ਜੀ
ਕਲੋਰੋਫਲੋਰੋਕਾਰਬਨ ਗੈਸ ਜਿਹੜੀ ਹੈ ਇਹਦੇ ਕਾਰਨ ਕਰਕੇ ਇਸ ਦੇ ਵਿੱਚ ਹੋਲ ਹੋ ਰਿਹਾ ਹੈ। ਨੈਕਸਟ ਹੈ ਜੀ, ਧਰਤੀ ਦੀ ਸਤ੍ਹਾ ਦੇ ਉੱਤੇ ਕਿੰਨੇ ਪ੍ਰਤੀਸ਼ਤ ਪਾਣੀ ਹੈ? 71% ਜਿਹੜਾ ਪਾਣੀ ਹੈ ਅਤੇ 29% ਜਿਹੜਾ ਖੇਤਰ ਹੈ ਉਹ ਲੈਂਡ ਦੇ ਨਾਲ ਲੈਸ ਹੈ। ਨੈਕਸਟ ਹੈ ਜੀ, ਧਰਤੀ ਦੇ ਅੰਦਰੂਨੀ ਭਾਗਾਂ ਦੇ ਵਿੱਚ ਚਟਾਨਾਂ ਨੂੰ ਰਗੜਨ ਵਾਲੀ ਸ਼ਕਤੀਆਂ ਨੂੰ ਕੀ ਕਹਿੰਦੇ ਹੈਗੇ ਨੇ? ਅੰਦਰੂਨੀ ਭਾਗਾਂ ਦੀ ਗੱਲ ਕੀਤੀ ਹੈ, ਇੰਟਰਨਲ ਸਟਰਕਚਰ ਦੀ, ਤਾਂ ਧਰਤੀ ਜਿਹੜੀ ਹੈ ਅੰਦਰੂਨੀ ਸਟਰਕਚਰ ਦੇ ਵਿੱਚ ਆਪਾਂ ਅੰਦਰੂਨੀ ਵਾਲੇ ਪਾਰਟ ਦੀ ਗੱਲ ਕਰਾਂਗੇ ਤਾਂ ਜਿਹੜੀਆਂ ਚਟਾਨਾਂ ਨੇ ਨਾ ਇਹ ਆਪਸ ਦੇ ਵਿੱਚ ਰਗੜ ਖਾਂਦੀਆਂ ਹੈਗੀਆਂ ਨੇ, ਜਿਹਦੇ ਕਾਰਨ ਕਰਕੇ ਧਰਤੀ ਦੇ ਉੱਪਰ ਭੂਚਾਲ ਜਾਂ ਹੋਰ ਬਹੁਤ ਸਾਰੀਆਂ ਜਿਹੜੀਆਂ ਹਨ ਘਟਨਾਵਾਂ ਵਾਪਰਦੀਆਂ ਹੈਗੀਆਂ ਨੇ, ਅਤੇ ਇਸ ਸ਼ਕਤੀ ਦਾ ਨਾਮ ਹੈ ਟੈਕਟੋਨਿਕ ਸ਼ਕਤੀਆਂ, ਯਾਨੀ ਕਿ ਪਲੇਟਾਂ ਦਾ ਆਪਸ ਦੇ ਵਿੱਚ ਟਕਰਾਉਣਾ। ਠੀਕ ਹੈ, ਕਈ ਵਾਰ ਇਹ ਇੱਕ ਦੂਜੇ ਤੋਂ ਦੂਰ ਜਾਂਦੀਆਂ ਨੇ, ਕਈ ਵਾਰ ਇਹ ਇੱਕ ਦੂਜੇ ਦੇ ਨਾਲ ਟਕਰਾਉਂਦੀਆਂ ਵੀ ਹੈਗੀਆਂ ਨੇ। ਸੋ ਇਸੇ ਕਾਰਨ ਕਰਕੇ ਭੂਚਾਲ ਵਗੈਰਾ ਜਿਹੜੇ ਆ ਧਰਤੀ ਦੇ ਵਿੱਚ ਕੰਬਨ ਪੈਦਾ ਹੋ ਜਾਂਦੀ ਹੈ। ਭੂ ਵਿਗਿਆਨੀਆਂ ਦੇ ਅਨੁਸਾਰ ਧਰਤੀ ਦੀ ਉਮਰ ਕਿੰਨੀ ਹੈ ਜੀ? 4.5 ਕਰੋੜ ਜਿਹੜੀ ਹੈ ਪਾਈ ਜਾਂਦੀ ਹੈ ਕਿ ਧਰਤੀ ਅੱਜ ਤੋਂ 4.5 ਕਰੋੜ ਸਾਲ ਪਹਿਲਾਂ ਹੋਂਦ ਦੇ ਵਿੱਚ ਆਈ ਹੈਗੀ। ਨੈਕਸਟ ਹੈ, ਧਰਤੀ ਦੇ ਅੰਦਰੂਨੀ ਭਾਗ ਦੇ ਵਿੱਚ ਪਿਘਲੇ ਹੋਏ ਗਰਮ ਪਦਾਰਥ ਦਾ ਸਤ੍ਹਾ ਉੱਤੇ ਆਉਣ ਦੀ ਕਿਰਿਆ ਨੂੰ ਕੀ ਕਹਿੰਦੇ ਹੈਗੇ ਨੇ? ਸੋ ਇਸ ਕਿਰਿਆ ਨੂੰ ਕਿਹਾ ਜਾਂਦਾ ਹੈ ਜੀ ਜਵਾਲਾਮੁਖੀ। ਠੀਕ ਹੈ, ਜਦੋਂ ਧਰਤੀ ਦੇ ਵਿੱਚ ਕਿਸੇ ਤਰ੍ਹਾਂ ਦੀ ਹਲਚਲ ਹੁੰਦੀ ਹੈ ਤਾਂ ਧਰਤੀ ਨੂੰ ਪਾੜ ਕੇ ਵਿਚਾਲੋਂ ਹੁਣ ਇਸ ਤਰ੍ਹਾਂ ਦਾ ਜਿਹੜਾ ਲਾਵਾ ਬਾਹਰ ਨਿਕਲਦਾ ਹੈਗਾ ਗਾ। ਓਕੇ, ਔਰ ਇਸੇ ਪ੍ਰਕਿਰਿਆ ਨੂੰ ਜਵਾਲਾਮੁਖੀ ਕਿਹਾ ਜਾਂਦਾ ਹੈ। ਓਕੇ ਜੀ, ਧਿਆਨ ਰੱਖਣਾ। ਨੈਕਸਟ ਹੈ ਜੀ, ਪਰਿਵਰਤਨ ਕਰਨ ਵਾਲੀਆਂ ਸ਼ਕਤੀਆਂ ਕਿਸ ਤੋਂ ਸ਼ਕਤੀ ਪ੍ਰਾਪਤ ਕਰਦੀਆਂ ਨੇ? ਸੋ ਜਿੰਨਾ ਵੀ ਪਰਿਵਰਤਨ ਹੁੰਦਾ ਹੈ ਉਹ ਸਾਰਾ ਸੂਰਜ ਦੇ ਕਾਰਨ ਕਰਕੇ ਹੁੰਦਾ ਹੈ। ਸੋ ਇੱਥੇ ਆਪਾਂ ਸੂਰਜ ਕਿਉਂ ਲਗਾ ਰਹੇ ਹਾਂ, ਉਹਦਾ ਕਾਰਨ ਇਹ ਹੈ ਕਿ ਸੂਰਜ ਦੇ ਕਾਰਨ ਕਰਕੇ ਹੀ ਗਰਮੀ ਹੁੰਦੀ ਹੈ ਅਤੇ ਸੂਰਜ ਦੇ ਕਾਰਨ ਕਰਕੇ ਹੀ ਜਿਹੜੇ ਠੰਡ ਹੁੰਦੀ ਹੈਗੀ ਆ। ਸੋ ਜਦੋਂ ਠੰਡ ਅਤੇ ਗਰਮੀ ਦਾ ਮੌਸਮ ਤਬਦੀਲ ਹੁੰਦਾ ਹੈ ਤਾਂ ਉਸੇ ਕਾਰਨ ਕਰਕੇ ਧਰਤੀ ਦੇ ਉੱਪਰ ਜਿਹੜੀ ਹੈ ਨਾ ਸੁੰਗੜਨ ਅਤੇ ਫੈਲਣ ਦੀ ਜਿਹੜੀ ਪ੍ਰਕਿਰਿਆ ਹੁੰਦੀ ਹੈ, ਜਿਹਦੇ ਕਰਕੇ ਚਟਾਨਾਂ ਟੁੱਟਦੀਆਂ ਭੱਜਦੀਆਂ ਹੈਗੀਆਂ ਨੇ। ਬਾਕੀ ਦੇ ਸਾਰੇ ਸਿਸਟਮ ਦੇ ਵਿੱਚ ਵੀ ਪਰਿਵਰਤਨ ਹੁੰਦਾ ਹੈ। ਓਕੇ, ਇਸੇ ਕਰਕੇ ਸੂਰਜ ਹੀ ਪ੍ਰਮੁੱਖ ਸਰੋਤ ਹੈ ਜਿਹਦੇ ਕਾਰਨ ਕਰਕੇ ਪਰਿਵਰਤਨ ਹੁੰਦਾ ਹੈ। ਸਮੁੰਦਰ ਤਲ ਉੱਤੇ ਮਾਨਕ ਵਾਯੂ ਦਾਬ ਕਿੰਨਾ ਪਾਇਆ ਜਾਂਦਾ ਹੈ? ਠੀਕ ਹੈ, 에ਅਰ ਪ੍ਰੈਸ਼ਰ ਜਿਹੜਾ ਹੈ ਉਹ ਕਿੰਨਾ ਪਾਇਆ ਜਾਂਦਾ ਹੈ? ਤਾਂ 1013.25 ਮਿਲੀਵਾਰ ਜਿਹੜਾ ਹੈ ਵਾਯੂ ਦਾਬ ਪਾਇਆ ਜਾਂਦਾ ਹੈ ਸਮੁੰਦਰੀ ਤਲ ਦੇ ਉੱਪਰ। ਠੀਕ ਹੈ, ਯਾਨੀ ਕਿ ਸਮੁੰਦਰ ਦੇ ਉੱਪਰ। ਨੈਕਸਟ ਹੈ ਜੀ, ਉਚਾਈ ਦੇ ਵਧਣ ਦੇ ਨਾਲ ਵਾਯੂ ਦਾਬ ਘਟਦਾ ਹੈ। ਕਿੰਨਾ ਘਟਦਾ ਹੈ ਜੀ? 3.4 ਮਿਲੀਵਾਰ ਪ੍ਰਤੀ ਤੋਂ ਲੈ ਕੇ 3.4 ਮਿਲੀਵਾਰ ਪ੍ਰਤੀ 600 ਫੁੱਟ ਦੇ ਉੱਪਰ ਘਟਦਾ ਹੈ। ਓਕੇ, ਇੱਕ ਉਚਾਈ ਦੇ ਨਾਲ ਵਧੇ ਤਾਂ ਹੋਰ ਵੀ ਲਿਖ ਲਿਓ ਕਿ ਜਿਵੇਂ ਜਿਵੇਂ ਅਸੀਂ ਧਰਤੀ ਤੋਂ ਉਚਾਈ ਦੇ ਵੱਲ ਜਾਵਾਂਗੇ ਨਾ, ਯਾਨੀ ਕਿ 165 ਮੀਟਰ ਦੀ ਹਾਈਟ 'ਤੇ ਜਾਵਾਂਗੇ ਤਾਂ 1 ਡਿਗਰੀ ਸੈਲਸੀਅਸ ਟੈਂਪਰੇਚਰ ਜਿਹੜਾ ਹੈ ਉਹ ਘਟ ਜਾਊਗਾ। ਓਕੇ, ਉੱਪਰ ਹਾਈਟ 'ਤੇ ਜਾਣ 'ਤੇ। ਨੈਕਸਟ ਹੈ ਜੀ, ਸਥਾਈ ਹਵਾ ਕਿਹੜੀ ਹੈ ਜੀ? ਵਪਾਰਕ ਹਵਾ, ਜਿਹਨੂੰ ਕਿ ਅਸੀਂ ਟ੍ਰੇਡ ਵਿੰਡ ਕਹਿ ਦਿੰਦੇ ਹਾਂ। ਇਹ ਸਥਾਈ ਹੈ, ਮੀਨਜ਼ ਕਿ ਇੱਕੋ ਹੀ ਦਿਸ਼ਾ ਦੇ ਵਿੱਚ ਚੱਲਦੀਆਂ ਹੈਗੀਆਂ ਨੇ ਅਤੇ ਹਮੇਸ਼ਾ ਚੱਲਦੀਆਂ ਰਹਿੰਦੀਆਂ ਹੈਗੀਆਂ ਨੇ, ਇਸੇ ਕਰਕੇ ਇਸ ਨੂੰ ਸਥਾਈ ਕਿਹਾ ਜਾਂਦਾ ਹੈ। ਬਟ ਇੱਕ ਸਾਡੇ ਕੋਲੇ ਹੁਣ ਪੱਛਮੀ ਹਵਾਵਾਂ ਚੱਲਣਗੀਆਂ ਜਿਹਨੂੰ ਅਸੀਂ ਠੰਡੀਆਂ ਹਵਾਵਾਂ ਕਹਿ ਦਿੰਦੇ ਹੈਗੇ ਹਾਂ, ਜੋ ਸਾਡੀਆਂ ਹੁਣ ਸਰਦੀਆਂ ਦੇ ਵਿੱਚ ਚੱਲਣਗੀਆਂ, ਔਰ ਗਰਮੀਆਂ ਦੇ ਵਿੱਚ ਲੂ ਚੱਲਦੀ ਹੈ, ਉਹ ਸਥਿਰ ਨਹੀਂ ਹੁੰਦੀਆਂ, ਉਹ ਸਥਾਈ ਨਹੀਂ ਹੁੰਦੀਆਂ, ਕਿਉਂਕਿ ਉਹ ਸਮੇਂ ਦੇ ਨਾਲ ਤਬਦੀਲ ਹੁੰਦੀਆਂ ਰਹਿੰਦੀਆਂ ਨੇ। ਬਟ ਇਹ ਹਮੇਸ਼ਾ ਚੱਲਦੀਆਂ ਹੀ ਰਹਿੰਦੀਆਂ ਨੇ ਵਪਾਰਕ ਹੋਣਾ, ਇਸੇ ਕਰਕੇ ਇਸ ਨੂੰ ਸਥਾਈ ਹਵਾ ਕਿਹਾ ਜਾਂਦਾ ਹੈ। ਕਿਸ ਪੇਟੀ ਨੂੰ ਡੋਲ ਡਰਮ ਕਿਹਾ ਜਾਂਦਾ ਹੈ ਜੀ? ਸੋ ਇਹ ਵੈਸੇ ਆਪਾਂ ਅਲੱਗ ਤੋਂ ਕੀਤਾ ਹੈ, ਤਾਂ ਡੋਲ ਡਰਮ ਉਹ ਖੇਤਰ ਹੈ ਜਿਹੜਾ ਭੂ-ਮੱਧ ਰੇਖਾ, ਵਿਸ਼ਵਵਤ ਦਾ ਮਤਲਬ ਹੈ ਭੂ-ਮੱਧ ਰੇਖਾ, ਠੀਕ ਹੈ, ਇਕੁਏਟਰ ਰੇਖਾ ਦੇ ਅਧੀਨ ਨਿਮਨ ਵਾਯੂ ਦਾਬ ਪੇਟੀ ਹੈਗੀ ਆ, ਜਿੱਥੇ ਘੱਟ 에ਅਰ ਪ੍ਰੈਸ਼ਰ ਦਾ ਪਾਇਆ ਜਾਂਦਾ ਹੈ, ਉਸ ਨੂੰ ਕਿਹਾ ਜਾਂਦਾ ਹੈ ਡੋਲ ਡਰਮ। ਇਹ ਕਿੱਥੋਂ ਤੋਂ ਲੈ ਕੇ ਕਿੱਥੋਂ ਤੱਕ ਸੀ ਜੀ? ਧਿਆਨ ਰੱਖਣਾ, 0 ਡਿਗਰੀ ਦੇ ਉੱਪਰ ਇਕੁਏਟਰ ਸੀਗੀ, ਇਸ ਤੋਂ 5 ਡਿਗਰੀ ਉੱਤਰ ਦੇ ਵਿੱਚ 5 ਡਿਗਰੀ ਉੱਤਰ ਦੇ ਵਿੱਚ ਅਤੇ 5 ਡਿਗਰੀ ਦੱਖਣ ਦੇ ਵਿੱਚ ਦੋਨਾਂ ਖੇਤਰ ਨੂੰ ਜਿਹੜੀ ਇਹ ਪੱਟੀ ਬਣ ਜਾਂਦੀ ਹੈ, ਇਸ ਸਾਰੀ ਨੂੰ ਕਿਹਾ ਜਾਂਦਾ ਹੈ ਡੋਲ ਡਰਮ। ਓਕੇ ਜੀ, ਇਹਦਾ ਨਾਮ ਹੈ ਡੋਲ ਡਰਮ। ਅਤੇ 30 ਤੋਂ 35 ਤੱਕ ਉੱਪਰਲੀ ਸਾਈਡ, 30 ਤੋਂ 35 ਦੱਖਣ ਸਾਈਡ ਜਿਹੜਾ ਖੇਤਰ ਆਉਂਦਾ ਸੀਗਾ, ਓਕੇ, ਉਹ ਅਲੱਗ ਦੇ ਵਿੱਚ ਆ ਜਾਂਦਾ ਹੈ। ਠੀਕ ਹੈ, ਸੋ ਉਸ ਨੂੰ ਕਿਹਾ ਜਾਂਦਾ ਸੀ ਜੀ ਹੌਰਸ ਲੈਟੀਟਿਊਡ। ਓਕੇ, ਇਹ ਦੋ ਚੀਜ਼ਾਂ ਨੇ ਗਿਆ, ਧਿਆਨ ਰੱਖਣਾ। ਹੌਰਸ ਲੈਟੀਟਿਊਡ, ਇਹ ਡੋਲ ਡਰਮ ਹੈ ਜਿਹੜਾ ਕਿ 0 ਤੋਂ ਲੈ ਕੇ 5 ਡਿਗਰੀ ਨਾਰਥ ਅਤੇ ਸਾਊਥ ਦੇ ਵਿੱਚ ਆ ਜਾਂਦਾ ਹੈ। ਹਵਾ ਦੀ ਗਤੀ ਕਿਹੜੇ ਯੰਤਰ ਨਾਲ ਮਾਪੀ ਜਾਂਦੀ ਹੈ ਜਾਂ ਮਿਣੀ ਜਾਂਦੀ ਹੈ ਜੀ? ਤਾਂ ਹਵਾ ਦੀ ਜਿਹੜੀ ਗਤੀ ਹੈ ਉਹ ਮਾਪੀ ਜਾਂਦੀ ਹੈ ਐਨੇਮੋਮੀਟਰ ਦੇ ਨਾਲ। ਇਸ ਦੇ ਨਾਲ ਇਸ ਦੀ ਜਿਹੜੀ ਹੈ ਗਤੀ ਆ ਉਹ ਮਾਪੀ ਜਾਂਦੀ ਹੈ। ਨਦੀ ਦੇ ਕਿਸ ਭਾਗ ਦੇ ਵਿੱਚ ਅਪਰਦਨ ਸਭ ਤੋਂ ਵਧੇਰੇ ਮਾਤਰਾ ਦੇ ਵਿੱਚ ਹੁੰਦਾ ਹੈ ਜੀ? ਤਾਂ ਉੱਪਰਲੇ ਭਾਗ, ਮੀਨਜ਼ ਕਿ ਘਾਟੀ ਦੇ ਵਿੱਚ ਜਿਹੜਾ ਹੈ ਅਪਰਦਨ ਸਭ ਤੋਂ ਵਧੇਰੇ ਹੁੰਦਾ ਹੈ। ਅਪਰਦਨ ਦਾ ਮਤਲਬ ਹੈ ਕਿ ਪਾਣੀ ਦੇ ਦੁਆਰਾ ਜਿਹੜਾ ਹੈ ਕਿਸੇ ਪਰਤ ਦਾ ਖੋਰੀ ਜਾਣਾ, ਬਾਰ-ਬਾਰ ਉਹਦੇ ਉੱਪਰ ਪਾਣੀ ਦਾ ਪ੍ਰੈਸ਼ਰ ਪੈਂਦੇ ਰਹਿਣਾ, ਤਾਂ ਆਪਣੇ ਨਾਲ ਉਹ ਉਸ ਪਰਤ ਨੂੰ ਖੋਰਦੀ ਰਹਿੰਦੀ ਹੈ, ਖੁਰਚਦੀ ਰਹਿੰਦੀ ਹੈ, ਇਸੇ ਚਿਰਾ ਨੂੰ ਕਿਹਾ ਜਾਂਦਾ ਹੈ ਅਪਰਦਨ। ਅਤੇ ਜਦੋਂ ਇਹ ਆਪਣੇ ਨਾਲ ਲੈ ਕੇ ਜਾਂਦੀ ਹੈ ਮਿੱਟੀ ਜਾਂ ਕੁਛ ਵੀ ਹੈ ਨਾ, ਉਸ ਨੂੰ ਟ੍ਰਾਂਜੀਸ਼ਨ ਜਿਹੜਾ ਕਿਹਾ ਜਾਂਦਾ ਹੈ। ਅਤੇ ਜਿੱਥੇ ਜਾ ਕੇ ਇਹ ਜਮ੍ਹਾਂ ਕਰ ਦਿੰਦੀ ਹੈਗੀ
ਇਹ ਮਿੱਟੀ ਨੂੰ ਜਮ੍ਹਾਂ ਕਰ ਦਿੰਦੀ ਹੈ, ਉਸ ਨੂੰ ਕਿਹਾ ਜਾਂਦਾ ਹੈ ਨਿਖੇਪ ਦੀ ਪ੍ਰਕਿਰਿਆ। ਓਕੇ, ਦੋ ਟਰਮਾਂ ਨੇਗੀਆਂ, ਯਾਦ ਰੱਖਣਾ। ਨੈਕਸਟ ਹੈ ਜੀ, ਘਾਟੀ ਸਮੀਰ ਕਦੋਂ ਪ੍ਰਭਾਵਿਤ ਹੁੰਦੀ ਹੈ ਜੀ? ਸੋ ਇਹ ਘਾਟੀ ਜਦੋਂ ਪ੍ਰਭਾਵਿਤ ਹੁੰਦੀ ਹੈ ਜੀ ਦਿਨ ਦੇ ਸਮੇਂ ਦੇ ਵਿੱਚ, ਜਦੋਂ ਸੂਰਜ ਜਿਹੜਾ ਹੈ ਇਫੈਕਟ ਕਰਦਾ ਹੈ, ਗਰਮੀ ਹੁੰਦੀ ਹੈ ਚਟਾਨਾਂ ਦੇ ਉੱਪਰ ਇਫੈਕਟ ਪਾਉਂਦੀ ਹੈ, ਫਿਰ ਰਾਤ ਨੂੰ ਠੰਡ ਹੋ ਜਾਂਦੀ ਹੈ ਨਾ। ਸੋ ਇਸ ਤਰੀਕੇ ਦੇ ਨਾਲ ਇਹ ਪਰਿਵਰਤਨ ਪਾਉਂਦੀ ਹੈਗੀ ਹੈ। ਭਾਰਤ ਦੇ ਪੱਛਮੀ ਭਾਗ ਦੇ ਵਿੱਚ ਸ਼ੀਤਕਾਲ ਦੇ ਵਿੱਚ ਮੀਂਹ ਹੋਣ ਦਾ ਕਾਰਨ ਕੀ ਹੈ? ਭਾਰਤ ਦੇ ਵਿੱਚ ਹੁਣ ਪੱਛਮੀ ਭਾਗ ਆਊਗਾ, ਠੀਕ ਹੈ ਸਾਡਾ, ਯਾਨੀ ਕਿ ਅਸੀਂ ਪੰਜਾਬ ਹੋ ਗਿਆ, ਇੱਧਰਲੇ ਰਾਜਸਥਾਨ ਵਾਲਾ ਖੇਤਰ ਹੋ ਗਿਆ, ਠੀਕ ਹੈ, ਬੰਬਈ ਹੋ ਗਿਆ, ਕਰਨਾਟਕਾ ਹੋ ਗਿਆ, ਕੇਰਲਾ ਹੋ ਗਿਆ, ਇਹ ਸਾਰੇ ਪੱਛਮੀ ਭਾਗ ਦੇ ਵਿੱਚ ਆਉਂਦੇ ਆ ਸਾਡੇ ਇਹ ਵਾਲੀ ਖੇਤਰ ਦੇ ਵਿੱਚ, ਠੀਕ ਹੈ, ਵੈਸਟਰਨ ਖੇਤਰ ਹੈ। ਇਹਦੇ ਵਿੱਚ ਨਾ ਸ਼ੀਤਕਾਲ ਯਾਨੀ ਕਿ ਸਰਦੀਆਂ ਦੀ ਰੁੱਤ ਦੇ ਵਿੱਚ ਹੁਣ ਮੀਂਹ ਪਊਗਾ। ਇਹਦਾ ਕਾਰਨ ਕੀ ਹੈ? ਇਹਦਾ ਕਾਰਨ ਹੈ ਦੱਖਣ ਪੱਛਮੀ ਮੌਨਸੂਨ, ਠੀਕ ਹੈ, ਦੱਖਣ ਦੇ ਵਿੱਚੋਂ ਇਸ ਖੇਤਰ ਦੇ ਵਿੱਚੋਂ ਮੌਨਸੂਨ ਚੱਲਣਗੀਆਂ, ਉਹ ਇਸ ਖੇਤਰ ਦੇ ਵਿੱਚ ਫਿਰ ਵਰਖਾ ਪਾਉਂਦੀਆਂ, ਖਾਸ ਤੌਰ 'ਤੇ ਕੇਰਲਾ ਕਰਨਾਟਕਾ ਦੇ ਵਿੱਚ ਆਉਂਦੀਆਂ ਨੇ ਇਹ। ਨੈਕਸਟ ਹੈ ਜੀ, ਧਰਤੀ ਦੀ ਹਰੇਕ ਵਸਤੂ ਨੂੰ ਆਪਣੇ ਕੇਂਦਰ ਵਿੱਚ ਵੱਲ ਖਿੱਚਣ ਦੀ ਸ਼ਕਤੀ ਨੂੰ ਕੀ ਕਿਹਾ ਜਾਂਦਾ ਹੈ ਜੀ? ਇਹਨੂੰ ਕਿਹਾ ਜਾਂਦਾ ਹੈ ਗ੍ਰੈਵਿਟੀ ਜਾਂ ਗੁਰਤਾ ਸ਼ਕਤੀ। ਇਸ ਦਾ ਜਿਹੜਾ ਸਿਧਾਂਤ ਦਿੱਤਾ ਸੀ ਉਹ ਨਿਊਟਨ ਨੇ ਦਿੱਤਾ ਸੀ। ਵੈਸੇ ਇਹ ਸਾਇੰਸ ਦਾ ਸਵਾਲ ਹੈ, ਠੀਕ ਹੈ, ਬਟ ਫਿਰ ਵੀ ਤੁਸੀਂ ਨੋਟ ਕਰ ਲਿਓ। ਨੈਕਸਟ ਹੈ ਜੀ, ਕਿਹੜਾ ਛੇਦਨ ਦਾ ਕਾਰਨ ਹੈ ਜੀ? ਛੇਦਨ ਦਾ ਮਤਲਬ ਹੈ ਖੋਰਨ ਦੀ ਜਿਹੜੀ ਪ੍ਰਕਿਰਿਆ ਹੈ। ਓਕੇ, ਇਹਦੇ ਕਾਰਨ ਹੈ ਜੀ ਤਾਪਮਾਨ, ਮੀਂਹ ਤੇ ਕੋਰਾ, ਠੀਕ ਹੈ। ਮੀਂਹ 'ਚ ਕਿ ਚਟਾਨਾਂ ਦਾ ਜਿਹੜਾ ਟੁੱਟਣ ਭੱਜਣ ਦੀ ਪ੍ਰਕਿਰਿਆ ਹੈ ਉਹਨੂੰ ਆਪਾਂ ਛੇਦਨ ਕਹਿ ਦਿੰਦੇ ਹੈਗੀਆਂ। ਤਾਪਮਾਨ ਦੇ ਵਧਣ ਘਟਣ ਦੇ ਨਾਲ, ਮੀਂਹ ਆਉਣ ਦੇ ਨਾਲ ਚਟਾਨਾਂ ਟੁੱਟਦੀਆਂ ਨੇ, ਕੋਰਾ ਪੈ ਜਾਂਦਾ ਹੈ, ਫਿਰ ਧੁੱਪ ਨਿਕਲ ਆਉਂਦੀ ਹੈ ਤਾਂ ਚਟਾਨਾਂ ਨਰਮ ਅਤੇ ਸੌਫਟ ਹੁੰਦੀਆਂ ਨੇ, ਉਹ ਫਿਰ ਟੁੱਟਦੀਆਂ ਰਹਿੰਦੀਆਂ ਨੇ। ਨੈਕਸਟ ਹੈ ਜੀ, ਚਲਦੀਆਂ ਹੋਈਆਂ ਹਵਾਵਾਂ ਚਟਾਨਾਂ ਨੂੰ ਕਿਸ ਤਰ੍ਹਾਂ ਕੱਢਦੀਆਂ ਨੇ? ਚਲਦੀਆਂ ਹੋਈਆਂ ਹਵਾਵਾਂ ਜਿਹੜੀਆਂ ਨੇ, ਤੇਜ਼ ਹਵਾਵਾਂ ਚੱਲਦੀਆਂ ਨੇ, ਸੋ ਹਵਾਵਾਂ ਦੇ ਨਾਲ ਚਟਾਨਾਂ ਨੂੰ ਜਿਹੜਾ ਕੱਟਿਆ ਜਾਂਦਾ ਹੈ ਉਹ ਕਿਸ ਪ੍ਰਕਿਰਿਆ ਦੇ ਨਾਲ ਕੱਢਦੀਆਂ? ਜਿਵੇਂ ਇੱਕ ਰੇਗਮਾਰ ਫਿਰਦਾ ਹੁੰਦਾ ਨਾ ਕਿਸੇ ਚਟਾਨ ਦੇ ਉੱਪਰ ਜਾਂ ਕਿਸੇ ਵਸਤੂ ਦੇ ਉੱਪਰ, ਤੇ ਉਹ ਸੌਫਟ ਹੋ ਜਾਂਦੀ ਹੈ, ਉਸੇ ਤਰੀਕੇ ਦੇ ਨਾਲ ਜਿਹੜੀਆਂ ਚਟਾਨਾਂ ਨੇ ਉਹਦੇ ਉੱਪਰ ਵੀ ਹਵਾ ਜਿਹੜੀ ਹੈ ਕਰੋੜਾਂ ਸਾਲਾਂ ਤੋਂ ਕਿਰਿਆ ਕਰ ਰਹੀ ਹੈ, ਤਾਂ ਉਹ ਚਟਾਨਾਂ ਦੇ ਵਿੱਚ ਵੀ ਉਸੇ ਤਰੀਕੇ ਦੀ ਸ਼ੇਪ ਬਣ ਜਾਂਦੀ ਹੈ, ਜਿਹਦੇ ਕਰਕੇ ਉਹ ਸੌਫਟ ਜਿਹੀਆਂ ਹੋ ਜਾਂਦੇ ਨੇ, ਜਾਂ ਕੁਝ ਹਿੱਸਾ ਜਿਹੜਾ ਹੈ ਉਸਦਾ ਘਸ ਜਾਂਦਾ ਹੈ, ਕੱਟ ਜਾਂਦਾ ਹੈ। ਓਕੇ, ਜਿਹਦੀਆਂ ਬਹੁਤ ਸਾਰੀਆਂ ਐਗਜ਼ਾਮਪਲ ਤੁਸੀਂ YouTube ਤੇ ਦੇਖ ਸਕਦੇ ਹੋ। ਨੈਕਸਟ ਹੈ ਜੀ, ਧਰਤੀ ਦੇ ਦਰਵ ਪਦਾਰਥ ਦੇ ਜੰਮਣ ਨਾਲ ਬਣੀਆਂ ਚਟਾਨਾਂ ਨੂੰ ਕੀ ਕਹਿੰਦੇ ਹੈਗੇ ਨੇ? ਧਰਤੀ ਦੇ ਦਰਵ ਪਦਾਰਥ ਦੇ ਜੰਮਣ ਨਾਲ ਕਿਹੜੀਆਂ ਚਟਾਨਾਂ ਬਣਦੀਆਂ ਨੇ? ਇਹ ਅਗਨੀ ਚਟਾਨਾਂ ਨੇ ਜੀ, ਜਿਹਨੂੰ ਇਗਨਿਸ ਰੌਕਸ ਕਿਹਾ ਜਾਂਦਾ ਹੈ। ਧਿਆਨ ਰੱਖਣਾ ਕਿ ਜਿਹੜਾ ਸੋਨਾ ਹੈ ਉਹ ਇਹਨਾਂ ਚਟਾਨਾਂ 'ਚੋਂ ਹੀ ਨਿਕਲਦਾ ਹੈ, ਅਗਨੀਆਂ ਚਟਾਨਾਂ ਦੇ ਵਿੱਚੋਂ, ਠੀਕ ਹੈ। ਨੈਕਸਟ ਹੈ ਜੀ, ਤੇਜ਼ ਵੇਗ ਪੜਾਅ ਜਾਂ ਪਹਾੜੀ ਪੜਾਅ ਦੇ ਵਿੱਚ ਘਾਟੀ ਦੀ ਢਲਾਣ 1 ਕਿਲੋਮੀਟਰ ਦੇ ਵਿੱਚ ਕਿੰਨੇ ਮੀਟਰ ਹੁੰਦੀ ਹੈ? ਕੀ ਹੈ ਤੇਜ਼ ਵੇਗ ਵੱਲ ਦੀ ਗੱਲ ਕੀਤੀ ਹੈ ਜੀ ਤਾਂ 16 ਮੀਟਰ ਹੁੰਦੀ ਹੈ ਜੀ 1 ਕਿਲੋਮੀਟਰ ਦੇ ਖੇਤਰ ਦੇ ਵਿੱਚ, ਢਲਾਣ ਦੇ ਵਿੱਚ। ਓਕੇ, ਨੈਕਸਟ ਹੈ ਜੀ, ਘਾਟੀ ਪਹਾੜੀਆਂ ਵਿੱਚ ਘਾਟੀ ਦੀ ਢਲਾਣ 1 ਕਿਲੋਮੀਟਰ ਦੇ ਵਿੱਚ ਕਿੰਨੇ ਮੀਟਰ ਹੁੰਦੀ ਹੈ? ਘਾਟੀ ਪਹਾੜ ਦੇ ਵਿੱਚ ਪੁੱਛਿਆ ਹੈ ਜੀ, ਤਾਂ ਇੱਥੇ ਇਹ 3 ਮੀਟਰ ਹੁੰਦੀ ਹੈਗੀ ਆ, ਠੀਕ ਹੈ, ਬਟ ਤੇਜ਼ ਵੇਗ ਦੇ ਵਿੱਚ ਇਹ 16 ਮੀਟਰ ਹੁੰਦੀ ਹੈ। ਹੇਠਲੇ ਜਾਂ ਮੈਦਾਨੀ ਪੜਾਅ ਦੇ ਵਿੱਚ ਘਾਟੀ ਦੀ ਢਲਾਣ 1 ਮੀਟਰ ਦੇ ਵਿੱਚ ਕਿੰਨੇ % ਹੁੰਦੀ ਹੈ ਜੀ? ਇਹ 1/3 ਮੀਟਰ ਹੁੰਦੀ ਹੈਗੀ ਆ, ਯਾਨੀ ਕਿ ਇੱਥੋਂ ਵੀ ਘਟ ਜਾਂਦੀ ਹੈਗੀ। ਓਕੇ ਜੀ, ਦਰਾ ਆਪਣੇ ਪਰਬਤੀ ਭਾਗ ਦੇ ਵਿੱਚ ਕਿਸ ਪ੍ਰਕਾਰ ਦੀ ਘਾਟੀ ਬਣਾਉਂਦਾ ਹੈ ਜੀ? ਸੋ ਦਰਾ ਕੀ ਹੁੰਦਾ ਹੈ? ਨਦੀਆਂ ਦੇ ਵਿਚਾਲੇ, ਪਹਾੜਾਂ ਦੇ ਵਿਚਾਲੇ ਇੱਕ ਤੰਗ ਰਸਤਾ ਹੁੰਦਾ ਹੈਗਾ, ਉਸ ਨੂੰ ਅਸੀਂ ਦਰਾ ਕਹਿ ਦਿੰਦੇ ਹੈਗੇ, ਠੀਕ ਹੈ। ਔਰ ਸਾਡੇ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ 4 ਦਰੇ ਪ੍ਰਮੁੱਖ ਰਹੇ ਨੇ ਜਿਹਦੇ ਨਾਲ ਵਿਦੇਸ਼ੀ ਜਾਤੀਆਂ ਇੰਟਰ ਹੋਈਆਂ ਨੇ। ਉਹਨਾਂ ਦੇ ਵਿੱਚੋਂ ਖੈਬਰ ਦਰਾ ਸਭ ਤੋਂ ਪ੍ਰਮੁੱਖ ਹੈ, ਜਿਹਦੇ ਵਿੱਚ ਇਰਾਨੀ, ਹਿਵਾਨੀ ਸਾਰੇ ਜਿਹੜੇ ਹੈ ਉਹ ਇੱਥੋਂ ਦੀ ਹੀ ਆ ਕੇ ਗਏ ਸੀਗੇ ਭਾਰਤ ਦੇ ਵਿੱਚ, ਠੀਕ ਹੈ। ਤਾਂ ਦਰਾ ਆਪਣੇ ਪਰਬਤੀ ਭਾਗ ਦੇ ਵਿੱਚ ਕਿਸ ਪ੍ਰਕਾਰ ਦੀ ਘਾਟੀ ਦੇ ਵਿੱਚੋਂ ਨਿਕਲਦਾ ਹੈ? ਸੋ ਵੀ ਘਾਟੀ ਜਿਹੜੀ ਹੈ ਨਾ, ਆਪਾਂ ਇੱਥੇ ਪਹਿਲਾਂ ਗੱਲ ਕਰ ਲਈ ਹੈ ਕਿ ਜਿਹੜਾ ਇਹ ਦਰਿਆ ਪਹਾੜਾਂ ਦੇ ਵਿਚਕਾਰਲਾ ਇਲਾਕਾ ਹੁੰਦਾ ਹੈ ਤੇ ਇਹਦੀ ਸ਼ੇਪ ਜਿਹੜੀ ਹੁੰਦੀ ਹੈ ਨਾ ਉਹ ਤੰਗ ਰਸਤੇ ਵਾਲੀ ਹੁੰਦੀ ਹੈ, ਤੇ ਵੀ ਸ਼ੇਪ ਦੀ ਜਿਹੜੀ ਹੈ ਵੈਲੀ ਹੈ ਉਸ ਤੋਂ ਦੀ ਇਹ ਨਿਕਲਦਾ ਹੈ। ਨੰਗਲ ਤੋਂ ਰੋਪੜ ਤੱਕ ਵਗਣ ਵਾਲਾ ਸਤਲੁਜ ਦਰਿਆ, ਨੰਗਲ ਤੋਂ ਰੋਪੜ ਤੱਕ ਵਗਣ ਵਾਲਾ ਸਤਲੁਜ ਦਰਿਆ ਕਿਸ ਆਕਾਰ ਦੀ ਘਾਟੀ ਦੇ ਵਿੱਚੋਂ ਨਿਕਲਦਾ ਹੈ? ਤੇ ਇਹਦੀ ਯੂ ਆਕਾਰ ਦੀ ਘਾਟੀ ਹੈ, ਠੀਕ ਹੈ। ਜਿੱਥੋਂ ਦੀ ਸਤਲੁਜ ਦਰਿਆ ਨਿਕਲਦਾ ਹੈ ਇਹ ਨੰਗਲ ਤੋਂ ਸ਼ੁਰੂ ਹੋ ਕੇ ਰੋਪੜ ਤੱਕ ਦਾ ਬਣਦਾ ਹੈ। ਸੋ ਇਹ ਸਾਰੀ ਦੀ ਸਾਰੀ ਜਿਹੜੀ ਘਾਟੀ ਹੈ, ਕਿਉਂਕਿ ਇਹ ਪਹਾੜਾਂ ਦੇ ਵਿਚਕਾਰਲਾ ਖੇਤਰ ਹੈ, ਇੱਥੇ ਇਹ ਯੂ ਆਕਾਰ ਦੇ ਵਿੱਚੋਂ ਦੀ ਨਿਕਲਦਾ ਹੈ। ਪੈਟਰੋਲੀਅਮ, ਜਿਹਨੂੰ ਖਣਿਜ ਤੇਲ ਕਿਹਾ ਜਾਂਦਾ ਹੈ, ਕਿਹੜੀਆਂ ਚਟਾਨਾਂ ਦੇ ਵਿੱਚੋਂ ਮਿਲਦਾ ਹੈ ਜੀ? ਇਹ ਮਿਲਦਾ ਹੈ ਜੀ ਪ੍ਰਾਚੀਨ ਚਟਾਨਾਂ ਦੇ ਵਿੱਚੋਂ, ਜਿਹੜੀਆਂ ਕਿ ਬਹੁਤ ਜ਼ਿਆਦਾ ਪੁਰਾਣੀਆਂ ਚਟਾਨਾਂ ਹੋਣ ਉੱਥੋਂ ਮਿਲਦਾ ਹੈਗਾ। ਨੈਕਸਟ ਹੈ ਜੀ, ਯੂ ਆਕਾਰ ਦੀ ਘਾਟੀ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਜੀ? ਲਟਕਵੀ ਘਾਟੀ ਵੀ ਕਿਹਾ ਜਾਂਦਾ ਹੈ ਯੂ ਆਕਾਰ ਦੀ ਵੈਲੀ ਨੂੰ। ਨੈਕਸਟ ਹੈ ਜੀ, ਭੂਮੱਧ ਸਾਗਰੀ ਖੇਤਰ ਦੇ ਵਿੱਚ ਵਧੇਰੇ ਗਰਮੀ ਕਰਕੇ ਕਿਸ ਪ੍ਰਕਾਰ ਦੀ ਵਰਖਾ ਹੁੰਦੀ ਹੈ ਜੀ? ਸੰਘਣੀ ਵਰਖਾ ਹੁੰਦੀ ਹੈ। ਕਿਉਂ ਹੁੰਦੀ ਹੈ ਜੀ? ਕਿਉਂਕਿ ਗਰਮੀ ਜ਼ਿਆਦਾ ਹੈ ਅਤੇ ਐਵੈਪੋਰੇਸ਼ਨ ਵੀ ਫਿਰ ਜ਼ਿਆਦਾ ਹੁੰਦੀ ਹੈ, ਤਾਂ ਉਸੇ ਕਾਰਨ ਕਰਕੇ ਵਰਖਾ ਵੀ ਫਿਰ ਜ਼ਿਆਦਾ ਹੀ ਹੁੰਦੀ ਹੈ। ਕੀਪ ਦੇ ਆਕਾਰ ਦਾ ਜਿਸ ਵਿੱਚੋਂ ਦਰਾ ਕਿਸੇ ਸਮੁੰਦਰ ਜਾਂ ਮਹਾਸਾਗਰ ਦੇ ਵਿੱਚ ਪ੍ਰਵੇਸ਼ ਕਰਦਾ ਹੈ ਉਸ ਨੂੰ ਕੀ ਕਹਿੰਦੇ ਨੇ? ਇਹ ਕੀਪ ਦਾ ਆਕਾਰ ਹੈ, ਠੀਕ ਹੈ, ਪੱਪਾ ਪਊਗਾ ਇਹਦੇ ਨਾਲ, ਤਾਂ ਉਹ ਹੁੰਦੀ ਹੈ ਜੀ ਐਸਚੁਰੀ, ਠੀਕ ਹੈ। ਐਸਚੁਰੀ ਕਿਹਾ ਜਾਂਦਾ ਹੈ ਜੀ ਜਿਹੜੀ ਚੀਜ਼
ਕੀਪ ਦੇ ਆਕਾਰ ਦੀ ਹੁੰਦੀ ਹੈ ਇਸ ਤਰੀਕੇ ਦੇ ਨਾਲ, ਠੀਕ ਹੈ, ਆਪਾਂ ਕਹਿ ਸਕਦੇ ਹਾਂ। ਅਤੇ ਦਰਿਆ ਜਿਸ ਵਿੱਚੋਂ ਦਰਾ ਕਿਸੇ ਸਮੁੰਦਰ ਜਾਂ ਮਹਾਸਾਗਰ ਦੇ ਵਿੱਚ ਪ੍ਰਵੇਸ਼ ਕਰਦਾ ਹੈ, ਦਰਾ ਨਿਕਲ ਕੇ। ਨੈਕਸਟ ਹੈ ਜੀ, ਮੱਧ ਚਟਾਨਾਂ ਦੇ ਟੁੱਟਣ ਤੋਂ ਬਾਅਦ ਗੁਫਾਵਾਂ ਦੇ ਆਪਸ ਦੇ ਵਿੱਚ ਮਿਲਣ ਦੀ ਕਿਰਿਆ ਨੂੰ ਕੀ ਕਹਿੰਦੇ ਹੈਗੇ ਨੇ? ਤਾਂ ਇਸ ਪ੍ਰਕਿਰਿਆ ਨੂੰ ਕਿਹਾ ਜਾਂਦਾ ਹੈ ਜੀ ਕੈਵਰਨ, ਠੀਕ ਹੈ। ਦੋ ਚਟਾਨਾਂ ਨੇ ਇਸ ਤਰੀਕੇ ਦੀਆਂ, ਓਕੇ, ਔਰ ਵਿਚਕਾਰੋਂ ਟੁੱਟ ਜਾਂਦੀ ਹੈ ਕੋਈ ਚਟਾਨ, ਤਾਂ ਇਹਨਾਂ ਨੂੰ ਆਪਸ ਦੇ ਵਿੱਚ ਮਿਲ ਜਾਣ ਦੀ ਜਿਹੜੀ ਪ੍ਰਕਿਰਿਆ ਹੈ ਗੁਫਾਵਾਂ ਦੇ ਵਿੱਚ ਖਾਸ ਤੌਰ 'ਤੇ ਉਹਨੂੰ ਕੈਵਰਨ ਕਿਹਾ ਜਾਂਦਾ ਹੈ। ਵਾਯੂਮੰਡਲ ਦੇ ਵਿੱਚ ਨਮੀ ਕਿੰਨੇ ਫੁੱਟ ਤੱਕ ਹੁੰਦੀ ਹੈ ਜੀ? ਤਾਂ ਵਾਯੂਮੰਡਲ ਦੇ ਵਿੱਚ ਹੇਠਾਂ 6500 ਫੁੱਟ ਦੀ ਪੱਟੀ ਤੱਕ ਜਿਹੜਾ ਹੈ ਨਮੀ ਪਾਈ ਜਾਂਦੀ ਹੈ, ਹਿਊਮਿਡਿਟੀ ਜਿਹੜੀ ਹੈ ਉਹ ਪਾਈ ਜਾਂਦੀ ਹੈ। ਆਰਟੀਜ਼ਨ ਖੂਹ ਕਿਸ ਸ਼ਹਿਰ ਦੇ ਵਿੱਚ ਹੈ ਜੀ? ਸੋ ਆਰਟੀਜ਼ਨ ਖੂਹ ਜਿਹੜੀ ਹੈ ਉਹ ਪਟਿਆਲਾ, ਬਨੂੜ ਅਤੇ ਸਰਹੰਦ ਇਹਨਾਂ ਖੇਤਰਾਂ ਦੇ ਵਿੱਚ ਪਾਏ ਜਾਂਦੇ ਹੈਗੇ ਨੇ ਕਿ। ਨੈਕਸਟ ਹੈ ਜੀ, ਮਿਸੀਸਿਪੀ ਘਾਟੀ ਕਿੱਥੇ ਹੈ ਜੀ? ਸੋ ਮਿਸੀਸਿਪੀ ਘਾਟੀ ਜਿਹੜੀ ਹੈ ਇਹ USA ਦੇ ਵਿੱਚ ਹੈ। ਇਹਨੂੰ ਘਾਟੀ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ USA ਦੇ ਵਿੱਚ ਮਿਸੀਸਿਪੀ ਇੱਕ ਰਿਵਰ ਹੈਗੀ। ਧਿਆਨ ਰੱਖਣਾ, ਇਸ ਜਿਹੜੀ ਮਿਸੀਸਿਪੀ ਰਿਵਰ ਹੈ USA ਦੇ ਵਿੱਚ ਹੈ, ਠੀਕ ਹੈ, ਯੂਨਾਈਟਿਡ ਸਟੇਟ ਅਮਰੀਕਾ ਦੇ ਵਿੱਚ। ਉੱਥੋਂ ਦੀ ਇੱਕ ਪ੍ਰਮੁੱਖ ਨਦੀ ਹੈ, ਇਹਦੇ ਦੁਆਰਾ ਜਿਹੜਾ ਖੇਤਰ ਬਣਾਇਆ ਜਾਂਦਾ ਹੈ ਉਹਨੂੰ ਮਿਸੀਸਿਪੀ ਘਾਟੀ ਕਿਹਾ ਜਾਂਦਾ ਹੈ। ਓਲਡ ਫੇਥਸ਼ਲ ਗੀਜਰ ਕਿੱਥੇ ਹੈ ਜੀ? ਸੋ ਇਹ ਹੈ ਜੀ USA ਦੇ ਵਿੱਚ। ਸੋ ਇਹ ਵੀ ਗੀਜਰ ਦੇ ਰੂਪ ਦੇ ਵਿੱਚ ਹੀ ਹੈਗਾ, ਓਕੇ। ਓਲਡ ਫੇਥਸ਼ਲ ਗੀਜਰ ਜਿਹਦੇ ਵਿੱਚ ਫੁਹਾਰਾ ਨਿਕਲਦਾ ਉਸ ਤਰੀਕੇ ਦੇ ਨਾਲ ਗਰਮ ਪਾਣੀ ਦਾ, ਇਹ USA ਦੇ ਵਿੱਚ ਹੀ ਸਥਿਤ ਹੈ। ਸੋ ਇਹ ਸੀਗੇ ਅੱਜ ਦੇ ਸਾਡੇ MCQ। ਉਮੀਦ ਕਰਦਾ ਹਾਂ ਕਿ ਸਾਰਿਆਂ ਦੇ ਲਈ ਹੈਲਪਫੁਲ ਰਹੇ ਹੋਣਗੇ। WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ। ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ। ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਥੈਂਕ ਯੂ ਸੋ ਮੱਚ।